ਮੁੱਖ ਸੇਵਾਦਾਰ ਸਰਦਾਰ ਹਰਿੰਦਰਪਾਲ ਸਿੰਘ ਹੈਰੀਮਾਨ ਜੀ, ਉਹਨਾਂ ਦੇ ਨਾਲ ਸਾਡੇ ਵੀਰ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਰਿੱਕੀ ਮਾਨ ਜੀ ਵੀ ਪਹੁੰਚੇ ਨੇ। ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਾਡੇ ਵਿੱਚ ਸ਼੍ਰੀ ਸਰਦਾਰ ਹਰਦੀਪ ਸਿੰਘ ਚਹਿਲ ਕੋਆਰਡੀਨੇਟਰ OBC ਕੰਮ ਕਰਦੇ ਨੇ ਜੀ। ਸਾਰੇ ਸਾਡੇ ਵਿੱਚ ਪਹੁੰਚ ਚੁੱਕੇ ਨੇ। ਅਸੀਂ ਆਪਣੇ ਵੱਲੋਂ ਅਤੇ ਸਾਰੇ OBC ਵਿੰਗ ਵੱਲੋਂ ਇਹਨਾਂ ਦਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਿੰਦਰਪਾਲ ਸਿੰਘ ਜੀ ਹੈਰੀਮਾਨ ਸਾਹਿਬ, ਹਲਕਾ ਇੰਚਾਰਜ ਸਨੌਰ, ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਰਜਿੰਦਰਪਾਲ ਸਿੰਘ ਜੀ ਰਿੱਕੀ ਮਾਨ ਸਾਹਿਬ, ਔਰ ਇਸ ਪ੍ਰੋਗਰਾਮ ਦੇ ਆਯੋਜਕ ਹਰਦੀਪ ਜੋਸ਼ਨ ਜੀ, OBC ਸੈੱਲ ਦੇ ਜ਼ਿਲ੍ਹਾ ਪ੍ਰਧਾਨ ਤੇ ਬਹੁਤ ਹੀ ਸਤਿਕਾਰਯੋਗ ਸਾਰੇ ਵੱਖ-ਵੱਖ ਸੈੱਲਾਂ ਦੇ ਯੂਥ ਦੇ ਤੇ ਸਾਡੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ, ਆਪਾਂ ਸਾਰੇ ਅੱਜ ਇੱਕ ਕਾਂਗਰਸ ਪਾਰਟੀ ਦਾ ਜੋ ਸਿਸਟਮ ਹੈ ਉਸ ਦੇ ਮੁਤਾਬਕ OBC ਸੈੱਲ ਦਾ ਇਹ ਅੱਜ ਮੀਟਿੰਗ ਹੈ, ਉਸ ਦੇ ਲਈ ਇਕੱਠੇ ਹੋਏ ਆ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂੰਗਾ ਕਿ ਆਪਾਂ ਠੀਕ ਹੈ ਕਿ ਕਾਂਗਰਸ ਪਾਰਟੀ ਦੇ ਅਲੱਗ-ਅਲੱਗ ਸੈੱਲ ਬਣੇ ਹੋਏ ਨੇ, ਭਾਵੇਂ ਉਹ ਕਿਸਾਨ ਸੈੱਲ ਹੋਵੇ, ਚਾਹੇ SC ਵਿੰਗ ਵੀ ਹੋਵੇ ਜਾਂ ਹੋਰ ਵੀ ਵੱਖ-ਵੱਖ ਸੈੱਲ ਨੇ। ਹਲਕੇ ਸਨੌਰ ਦੇ ਜ਼ਿਲ੍ਹੇਦਾਰ ਸਰਦਾਰ ਹਰਿੰਦਰਪਾਲ ਸਿੰਘ ਹੈਰੀਮਾਨ ਸਾਹਿਬ ਔਰ ਉਹਨਾਂ ਦੇ ਨਾਲ ਸਾਡੇ ਯੂਥ ਕਾਂਗਰਸ ਦੇ ਸਰਪ੍ਰਸਤ ਸਰਦਾਰ ਹਰਿੰਦਰਪਾਲ ਸਿੰਘ ਰਿੱਕੀ ਮਾਨ ਜੀ, ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ, ਤੇ ਸਾਡੇ OBC ਪੰਜਾਬ ਦੇ ਇੰਚਾਰਜ ਸਰਦਾਰ ਹਰਦੀਪ ਚਾਹਲ ਜੀ, ਤੇ ਸਾਡੇ ਪੰਜਾਬ ਦੇ ਪ੍ਰਧਾਨ ਸੁਦੀਪ ਕੁਮਾਰ ਟਿੰਗਾ ਜੀ, AICC ਤੋਂ ਸੋਨੀ ਜੀ, ਤੇ ਸਟੇਜ ਤੇ ਬੈਠੇ ਸਾਰੇ ਹੀ ਪਤਵੰਤੇ ਸੱਜਣ, ਸਾਰਿਆਂ ਨੂੰ ਫਤਿਹ ਦੀ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇੱਥੇ ਪਹੁੰਚਣ ਤੇ ਆਪਣੇ ਵੱਲੋਂ ਤੇ ਆਪਣੇ OBC ਵਿਭਾਗ ਦੀ ਸਮੁੱਚੀ ਜ਼ਿਲ੍ਹਾ ਟੀਮ, ਹਲਕਾ ਟੀਮ, ਸਾਰਿਆਂ ਵੱਲੋਂ ਹੀ ਆਪ ਜੀ ਨੂੰ ਜੀ ਆਇਆਂ ਆਖਦਾ। ਸਾਰੇ ਇੱਥੇ ਪਹੁੰਚੇ ਸਤਿਕਾਰਯੋਗ ਬਜ਼ੁਰਗ ਤੇ ਨੌਜਵਾਨ ਵੀਰ, ਸਟੇਜ ਤੇ ਬੈਠੇ ਸਾਰੇ ਪਤਵੰਤੇ ਸੱਜਣ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਪਤਾ ਸਾਹਿਬ ਨੇ, ਜੋਸ਼ਨ ਸਾਹਿਬ ਨੇ ਬੜੇ ਵਿਸਤਾਰ ਨਾਲ ਤੁਹਾਨੂੰ ਸਨੌਰ ਦੇ ਕੰਮਾਂ ਬਾਰੇ ਵੀ ਦੱਸਿਆ, ਮਾਨ ਸਾਹਿਬ ਦੇ ਕੰਮਾਂ ਬਾਰੇ ਵੀ ਦੱਸਿਆ। ਮੈਂ ਤਾਂ ਸਿਰਫ ਅੱਜ ਵਧਾਈ ਦੇਣਾ ਚਾਹੁੰਦਾ ਮੇਰੇ ਨੌਜਵਾਨ ਵੀਰਾਂ ਨੂੰ, ਜਿਨ੍ਹਾਂ ਨੂੰ ਅੱਜ OBC ਵਿੰਗ ਵੱਲੋਂ ਸੈਕਟਰੀ ਦੀਆਂ ਚਿੱਠੀਆਂ ਦਿੱਤੀਆਂ ਜਾ ਰਹੀਆਂ ਨੇ, ਤੇ ਜਿਹੜੇ ਰਾਜਪੁਰੇ ਤੋਂ ਵੀ ਮੇਰੇ ਵੀਰ ਜਿਹੜੇ ਇੱਥੇ ਆਏ ਨੇ ਉਹਨਾਂ ਨੂੰ ਜਿਹੜੀਆਂ ਚਿੱਠੀਆਂ ਲੈ ਜਾ ਕੇ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ OBC ਵਿੰਗ ਵੱਲੋਂ, ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਤੇ ਤੁਹਾਡਾ ਸਾਰਿਆਂ ਦੇ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। MLA साहब भाई हरदीप सिंह जी चहल इंचार्ज OBC पंजाब, भाई संदीप सिंह जी पंजाब के OBC के चेयरमैन, भाई हरदीप सिंह जोशन जी पटियाला OBC कांग्रेस के अध्यक्ष, और सम्मानीय मंच तथा सभी विराजे हुए साथियों, मैं आप सभी का आभार व्यक्त करता हूं कि आप सभी ने आकर यहाँ प्रोग्राम की शोभा बढ़ाई। जो कि कैप्टन साहब का और महाराणी जी का, अमीर कौर जी का अपना शाही शहर है, और इतों के सब तो हरमन प्यारे नेता मान साहब हैरीमान जी, साढ़े MLA साहब, हल्का इंचार्ज
बहुत वधिया पटियाले शहर में एक बहुत वधिया नेता कुदरत का आशीर्वाद होंगे। जिस तरह जोशन साहब ने दसिया कि पार्क का कितना सोहना इन्होंने सुचजे ढंग के नाल इहनूं तैयार किया और शहर दीयां सड़कों का बहुत वधिया तरीके नाल काम सारा संभालते हैं। असी उम्मीद भी करते जी और साढ़े AICC तो कोऑर्डिनेटर जो राजस्थान के नाल संबंध रखते हैं हरदीप चाहल जी, साढ़े पंजाब के सूबा अध्यक्ष OBC सैल के PCC के संदीप कुमार पिंका जी, AICC तो नाल आए सोनी जी और स्टेज पे बैठे सारे ही साढ़े यूथ कांग्रेस के OBC सैल के सीनियर कांग्रेस के साढ़े चेयरमैन साहबान PCC के सैकटरी साहबान और साढ़े पिंडा चो आए सरपंच और नौजवान साथियों, कांग्रेस पार्टी ने उपराला कर रहे हैं कि पार्टी को निचले लेवल तक मजबूत किया जाए। साडी पार्टी के विच वक्-वक् सैल काम करते हैं, SC BC सैल भी हैगे ने, किसानों के सैल भी ने, उस दे विच BC सैल के काफ़ी देर तो इतने अध्यक्ष चलते आ रहे थे। उन्होंने महाराणी साहब ने स्टेट के विच एडजस्ट किया तो जोशन जी को आशीर्वाद दिता कि तुसी पटियाले जिले का काम कर सामो। उस कड़ी को अगे बढ़ाते हुए सनौर हल्के दे विच इन्होंने काफ़ी नौजवान जड़े बहुत तकड़े होकर पिछले 4 सालों तो काम कर रहे थे, उन्होंने वक्-वक् ने काम तो साडा यूथ कांग्रेस दी ऐसियां टीमां इत्थे हरदीप चाहल जी तुहानूं दसना चाहना कि जदों दी इलैक्शन हुई है 17 की साढ़े अज साढ़े ऑल इंडिया कांग्रेस कमेटी तो जोड़े पंजाब के कोऑर्डिनेटर ने हरदीप चाहल जी वो आए हुए थे BC अपना सैल के पटियाले जिले दी अपॉइंटमेंट्स करने उन्होंने नाल साडे पंजाब के प्रधान पिंका जी भी नाल आए ने और AICC तो सोनी जी भी नाल आए ने। इन्होंने साडे सनौर हल्के ते राजपुरे हल्के के कुछ यूथ नूं ਇਹਦੇ ਚ BC ਸੈੱਲ ਦੇ ਚ ਆਪਣੀਆਂ ਅਪਾਇੰਟਮੈਂਟ ਲੈਟਰਸ ਦਿੱਤੀਆਂ ਨੇ। ਇਹ ਇੱਕ ਚੰਗੀ ਟੀਮ ਬਣ ਕੇ ਅੱਗੇ ਸਾਡੀਆਂ ਜਿਹੜੀਆਂ ਕਾਂਗਰਸ ਦੀਆਂ ਪਾਲਿਸੀਜ਼ ਨੇ ਉਹਨਾਂ ਨੂੰ ਥੱਲੇ ਲੈ ਕੇ ਜਾਣਗੇ ਔਰ ਪਿੰਡ ਪਿੰਡ ਅਪਣਾਉਣਗੇ ਔਰ BC ਸੈੱਲ ਨੂੰ ਮਜ਼ਬੂਤ ਬਣਾਉਣਗੇ। ਸਰ ਪਿੰਡ ਲੈਵਲ ਦੇ ਕੋਈ OBC ਵੱਲੋਂ ਕੰਮ ਹੋ ਰਿਹਾ ਹੈ? ਇਹ ਪਹਿਲਾਂ ਡਿਸਟ੍ਰਿਕਟ ਲੈਵਲ ਅਸੀਂ ਫਾਰਮ ਕਰ ਰਹੇ ਹਾਂ, ਫਿਰ ਅਸੀਂ ਬਲਾਕਸ ਬਣਾ ਰਹੇ ਹਾਂ ਔਰ ਕੌਂਸਟੀਟਿਊਂਸੀ ਵਾਈਜ਼ ਬਲਾਕਸ ਬਣਨਗੇ, ਉਸ ਤੋਂ ਬਾਅਦ ਵਿਲੇਜ ਲੈਵਲ ਤੇ ਵੀ ਲੈ ਕੇ ਜਾਵਾਂਗੇ। ਅਖਾਈਆਂ ਸਾਰੀਆਂ ਸਭ ਤੋਂ ਥੈਂਕ ਯੂ ਸਰ। नरेंद्र मोदी जिंदाबाद, नरेंद्र मोदी जिंदाबाद, नरेंद्र मोदी जिंदाबाद, नरेंद्र मोदी जिंदाबाद, बीजेपी सरकार जिंदाबाद, बीजेपी सरकार जिंदाबाद, नरेंद्र आगे होया मोदी होया बोलो जिंदाबाद, मोदी सरकार जिंदाबाद, बीजेपी सरकार जिंदाबाद, मोदी तेरी गुंडागर्दी नहीं चलेगी, नहीं चलेगी, गुंडागर्दी नहीं चलेगी, नहीं चलेगी, मोदी तेरी तानाशाही नहीं चलेगी, नहीं चलेगी, गली में शोर है मोदी साला चोर है, गली गली में शोर मोदी साला चोर है। बाड़ो बाड़ो इनु बाड़ो एक लाश और 2 आदमी नरेंद्र मोदी नरेंद्र मोदी नरेंद्र मोदी बीजेपी सरकार नरेंद्र मोदी आकी होया आकी होया आकी होया पिट सियापा बीजेपी सरकार नरेंद्र मोदी बीजेपी सरकार तेल पा दो माड़ा जा बीजेपी सरकार नरेंद्र मोदी बीजेपी सरकार थले छाड़ दो थले सरपंच नरेंद्र मोदी बीजेपी
ਸੰਦੀਪ ਜੀ ਸਾਡੇ ਪੰਜਾਬ ਦੇ ਓਬੀਸੀ ਦੇ ਚੇਅਰਮੈਨ ਹੈ ਔਰ ਹਰਦੀਪ ਸਿੰਘ ਜੋਸਲ ਸਾਡੇ ਇੱਥੋਂ ਦੇ ਜ਼ਿਲ੍ਹਾ ਚੇਅਰਮੈਨ ਤੇ AICC ਆਲ ਇੰਡੀਆ ਕਾਂਗਰਸ ਕਮੇਟੀ 'ਚ ਤਾਮਰਦੋਤੀ ਸਾਹੂ ਸਾਹਿਬ ਜਿਹੜੇ ਸਾਡੇ ਰਾਸ਼ਟਰੀ ਅਧਿਕਸ਼ ਹੈ ਉਹਨਾਂ ਨੇ ਪਿਛਲੀ ਵਾਰ ਮੀਟਿੰਗ ਲਿੱਤੀ ਸੀ। ਉਹਨਾਂ ਨੇ ਆਇਆ ਕਿਹਾ ਸੀਗਾ ਕਿ ਪਿੰਡ ਪਿੰਡ 'ਚ ਆਪਾਂ ਕਮੇਟੀਆਂ ਬਣਾਉਣੀਆਂ ਤੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਹੀ ਅੱਜ ਇਹਨਾਂ ਨੇ ਜ਼ਿਲ੍ਹੇ ਦਾ ਵਿਸਤਾਰ ਕੀਤਾ ਹੈ। ਜ਼ਿਲ੍ਹੇ 'ਚ ਕਮੇਟੀਆਂ ਬਣਾਈ ਹੈ, ਉਹਨਾਂ ਨੂੰ ਪਦਾਧਿਕਾਰੀ ਬਣਾਇਆ ਸਾਰਿਆਂ ਨੂੰ। ਉਸ ਬਾਰੇ ਅੱਜ ਮੀਟਿੰਗ ਸੀਗੀ। ਹਰਿੰਦਰਪਾਲ ਸਿੰਘ ਜੀ ਮਾਨ ਸਾਹਿਬ ਜਿਹੜੇ ਮਾਨਯੋਗ ਸਾਡੇ MLA ਹੈ ਉਹ ਇਹਦੇ 'ਚ ਸ਼ਿਰਕਤ ਕੀਤੀ ਉਹਨਾਂ ਨੇ। ਤੇ ਇੱਕ ਪੈਟਰੋਲ ਡੀਜ਼ਲ ਤੇ ਜਿਹੜਾ ਮਹਿੰਗਾਈ ਦਾ ਮੁੱਦਾ ਹੈਗਾ ਜਿਹੜੇ ਪੂਰੇ ਦੇਸ਼ ਵਾਸੀਆਂ ਨੂੰ ਅੱਜ ਮਤਲਬ ਪਰੇਸ਼ਾਨ ਕਰ ਰਿਹਾ ਹੈ। ਮੋਦੀ ਸਰਕਾਰ ਜਿਹੜੀ ਲੁੱਟਣ ਦਾ ਕੰਮ ਕਰ ਰਹੀ ਹੈ, ਜਿਹੜੀ ਹਰ ਸੰਸਥਾ ਨੂੰ ਵੇਚਣ ਦਾ ਕੰਮ ਕਰ ਰਹੀ ਹੈ ਤੇ ਪੈਟਰੋਲ ਡੀਜ਼ਲ 'ਚ ਅਡਾਣੀ ਔਰ ਅੰਬਾਨੀ ਪਰਿਵਾਰ ਨੂੰ 20 ਲੱਖ ਕਰੋੜ ਰੁਪਇਆ 2014 ਦੇ ਬਾਅਦ ਮੋਦੀ ਸਰਕਾਰ ਨੇ ਕਮਾ ਕੇ ਦਿੱਤਾ। ਤੇ ਮਨਮੋਹਨ ਸਿੰਘ ਜੀ ਦੀ ਸਰਕਾਰ ਜਦੋਂ 2014 ਤੋਂ ਪਹਿਲਾਂ ਸੀਗੀ ਉਦੋਂ 395 ਰੁਪਏ ਸਿਲੰਡਰ ਦੇ ਰੇਟ ਹੁੰਦੇ ਸੀ, ਅੱਜ ਉਹ 822 ਰੁਪਏ। ਇਹ ਹਰ ਤਰ੍ਹਾਂ ਦੀ ਮਾਰ ਜਿਹੜੀ ਮੋਦੀ ਸਰਕਾਰ ਕਰ ਰਹੀ ਹੈ ਉਹਦੇ ਸੰਦਰਭ 'ਚ ਆਲ ਇੰਡੀਆ ਕਾਂਗਰਸ ਕਮੇਟੀ 'ਚ ਰਾਹੁਲ ਗਾਂਧੀ ਜੀ ਦੇ ਨਿਰਦੇਸ਼ਾਂ ਅਨੁਸਾਰ ਸਾਡੇ ਤਾਮਰਦੋਤ ਸਾਹੂ ਸਾਹਿਬ ਜਿਹੜੇ ਹੈ ਰਾਸ਼ਟਰੀ ਅਧਿਕਸ਼ ਉਹਨਾਂ ਨੇ ਮੀਟਿੰਗ ਬੁਲਾਈ ਸੀ। ਉਹਨਾਂ ਨੇ ਕਿਹਾ ਸੀਗਾ ਕਿ ਜਾ ਕੇ ਪੰਜਾਬ 'ਚ ਮੈਂ ਪੰਜਾਬ ਦਾ ਇੰਚਾਰਜ ਹਾਂ, ਨੈਸ਼ਨਲ ਕੋਆਰਡੀਨੇਟਰ ਹੈ AICC ਤੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਪਹਿਲਾਂ ਵੀ ਮੈਂ 12 ਜ਼ਿਲ੍ਹਿਆਂ 'ਚ ਜ਼ਿਲ੍ਹਾ ਪ੍ਰੋਗਰਾਮ ਕੀਤੇ ਸੀਗੇ। ਹੁਣ ਅਸੀਂ ਇਹ ਸ਼ੁਰੂਆਤ ਕੀਤੀ ਹੈ ਕਿਉਂਕਿ ਜਿਹੜੇ ਸਾਡੇ ਪਹਿਲਾਂ ਜ਼ਿਲ੍ਹਾ ਇੱਥੇ ਪ੍ਰਦੇਸ਼ ਦੇ ਚੇਅਰਮੈਨ ਸੀਗੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ OBC ਦਾ ਵਾਈਸ ਚੇਅਰਮੈਨ ਬਣਾਇਆ। ਪਦ ਖਾਲੀ ਹੋ ਗਿਆ, ਉਹਦੇ ਬਾਅਦ ਸੰਦੀਪ ਕੁਮਾਰ ਜੀ ਨੂੰ ਜ਼ਿੰਮੇਵਾਰੀ ਦਿੱਤੀ ਤੇ ਹੁਣ ਅਸੀਂ ਪੂਰੇ ਪੰਜਾਬ 'ਚ ਸਾਰੀ ਕਾਰਜਕਾਰਨੀ ਬਣਾ ਕੇ ਇੱਕ ਮਜ਼ਬੂਤ ਕਾਂਗਰਸ ਨੂੰ ਮਜ਼ਬੂਤੀ ਪ੍ਰਦਾਨ ਕਰੇ ਇਹਦੀ ਟੀਮ ਬਣੀ। ਅੱਜ ਗਰਾਊਂਡ ਫਲੋਰ ਦੀ ਗੱਲ ਕਰੀਏ ਕਿ ਗਰਾਊਂਡ ਫਲੋਰ ਕਿੰਨੇ ਕੁ ਅਹੁਦੇਦਾਰ ਲਾ ਰਹੇ ਹੋ? ਇੱਕ ਗਰਾਊਂਡ ਦੇ ਇੱਕ ਬਲਾਕ ਦੇ ਵਿੱਚ ਕਿੰਨੇ ਅਹੁਦੇਦਾਰ ਲਾ ਰਹੇ ਹੋ? ਦੇਖੋ ਜੀ ਕੰਮ ਕਰਨ ਵਾਲੇ ਹੋਣੇ ਚਾਹੀਦੇ। ਕੋਈ ਸਾਡੇ ਕੋਈ ਐਵੇਂ ਤਾਂ ਹੈ ਨਹੀਂ ਵੀ 10 ਲੈਣੇ ਜਾਂ 15 ਲੈਣੇ, ਜਿੰਨੇ ਵੀ ਜੋ ਕੰਮ ਕਰਦਾ ਉਹਨੂੰ ਮੌਕਾ ਦਿਓ। ਅੱਜ ਨਰਿੰਦਰ ਮੋਦੀ ਦਾ ਪੁੱਤਰ ਸਾੜਿਆ, ਕੀ ਕਾਰਨ ਹੈ ਕਿ ਅੱਜ ਨਰਿੰਦਰ ਮੋਦੀ ਦਾ ਪੁੱਤਰ ਸਾੜਿਆ? ਵੀਰ ਜੀ ਤੁਸੀਂ ਵੀ ਉਹਦੇ ਵਿੱਚ ਆ ਰਹੇ ਹੋ, ਮੈਂ ਵੀ ਉਹਦੇ ਵਿੱਚ ਆ ਰਿਹਾ। ਮਹਿੰਗਾਈ ਖਾਈ ਜਾ ਰਹੀ ਹੈ ਸਾਨੂੰ ਸਾਰਿਆਂ ਨੂੰ, ਪੂਰੇ ਦੇਸ਼ ਵਾਸੀਆਂ ਨੂੰ ਖੋਖਲਾ ਕਰਤਾ ਹੈ ਇਸ ਮੋਦੀ ਸਰਕਾਰ ਦੇ ਜਿਹੜੇ ਫੈਸਲੇ ਉਹਦੇ ਨਾਲ। ਕਿਸਾਨ ਤੁਹਾਨੂੰ ਪਤਾ ਹੈ ਕਰੀਬ 3 ਮਹੀਨਿਆਂ ਤੋਂ ਉੱਥੇ ਬੈਠੇ ਹੈ ਧਰਨਿਆਂ 'ਤੇ। ਸਾਡੀ ਮਾਵਾਂ ਭੈਣਾਂ ਬਜ਼ੁਰਗ ਉਹਨਾਂ 'ਤੇ ਕਿੰਨੇ ਸਾਰੇ ਅਤਿਆਚਾਰ, ਸਾਰੀ ਜਿੰਨੀ ਸਾਜ਼ਿਸ਼ਾਂ ਇਹਨਾਂ ਨੇ ਕਰਨੀ ਸੀ ਮੋਦੀ ਸਰਕਾਰ ਨੇ ਸਾਰੀ ਸਾਜ਼ਿਸ਼ਾਂ ਇਹਦੇ 'ਤੇ ਕੀਤੀ। ਠੀਕ ਹੈ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਖਾਲਿਸਤਾਨੀ ਵੀ ਕਿਹਾ ਗਿਆ, ਉਹਨਾਂ ਨੂੰ ਨਕਸਲਵਾਦੀ ਵੀ ਕਿਹਾ, ਜਿਹੜਾ ਇਹਨਾਂ ਦੇ ਖਿਲਾਫ ਬੋਲੇ ਉਹਨੂੰ ਦੇਸ਼ ਦਰੋਹੀ ਕਿਹਾ। ਲੇਕਿਨ ਕਿਸਾਨਾਂ ਨਾਲ ਉਹਨਾਂ ਨੇ ਪੰਜਾਬੀ 'ਚ ਕਹਿੰਦੇ ਪੁੱਠਾ ਪੰਗਾ ਕਿਸਾਨਾਂ ਨਾਲ ਲੈ ਲਿਆ ਤੇ ਮੋਦੀ ਸਰਕਾਰ ਨੂੰ ਕੁਰਸੀ ਤੋਂ ਹਟਾ ਕੇ ਮੰਨਣਗੇ। ਜੋ ਹੈ ਤੁਸੀਂ ਅੱਜ ਇਹ ਆਏ ਹੋ ਫੰਕਸ਼ਨ ਦੇ ਉੱਤੇ ਤੁਹਾਨੂੰ ਤੁਸੀਂ ਲਾਇਆ, ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਡੇ ਇੱਥੇ ਜਿਹੜੇ ਹਰਦੀਪ ਚਾਹਲ ਜੀ ਸਾਡੇ ਇੰਚਾਰਜ ਨੇ ਪੰਜਾਬ ਦੇ ਤੇ ਪੰਜਾਬ ਪ੍ਰਧਾਨ ਨੇ ਤੇ ਸੋਨੇ ਜੀ ਸਾਡੇ ਇੱਥੇ ਆਏ ਨੇ ਜਿਹੜੇ AICC ਤੋਂ, ਸਾਰਿਆਂ ਦਾ ਇੱਥੋਂ ਧੰਨਵਾਦ ਕਰਦਾ। ਤੇ ਇਹਨਾਂ ਨੇ ਮੈਨੂੰ ਇੱਥੇ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ OBC ਦਾ, ਮੈਂ ਦਿਲੋਂ ਧੰਨਵਾਦ ਹੈ ਸਾਰਿਆਂ ਦਾ। ਤੇ ਜਿਹੜਾ ਸਾਡਾ ਅੱਜ ਜ਼ਿਲ੍ਹੇ ਦੀ ਟੀਮ ਹੈ ਸਾਡੀ, ਅਸੀਂ ਅੱਜ ਉਹਦਾ ਵਿਸਤਾਰ ਕੀਤਾ, ਪਹਿਲੀ ਲਿਸਟ ਜਾਰੀ ਕੀਤੀ ਹੈ ਜਿਹਦੇ 'ਚ ਅਸੀਂ ਅੱਜ 15 ਤੋਂ 20 ਜਿਹੜੇ ਸਾਡੇ ਮੈਂਬਰ ਨੇ ਤੇ ਉਹ ਅੱਜ ਲਾਏ ਨੇ। ਤੇ ਪਹਿਲਾਂ ਮੈਂ ਹਲਕੇ ਸਨੂਰ ਤੋਂ ਵੀ ਹਲਕੇ ਦਾ ਵੀ ਚੇਅਰਮੈਨ ਲਾ ਚੁੱਕਿਆ ਤੇ ਉਸ ਤੋਂ ਪਹਿਲਾਂ ਇੱਕ ਰਾਜਪੁਰੇ ਤੋਂ ਵੀ ਅਸੀਂ ਜਿਹੜਾ ਸੀਗਾ ਉਹ ਚੇਅਰਮੈਨ ਲਾ ਚੁੱਕੇ ਹਾਂ। ਤੇ ਹੁਣ ਬੜੀ ਜਲਦੀ ਅਸੀਂ ਲੋਕਾਂ ਦੇ ਵੀ ਲਾਏ ਨੇ ਤੇ ਹੁਣ ਜਿਹੜੇ ਦੂਜੇ ਹਲਕੇ ਰਹਿੰਦੇ ਨੇ ਸਾਡੇ ਉਹ ਵੀ ਮੈਂ ਸਾਰੇ ਆਪਣੇ ਜਿਹੜੇ MLA ਸਾਹਿਬਾਨ ਨੇ ਉਹਨਾਂ ਨਾਲ ਸਲਾਹ ਕਰਕੇ ਉਹ ਵੀ ਜਲਦੀ ਬਹੁਤ ਜਲਦੀ ਅਸੀਂ ਚੇਅਰਮੈਨ ਨਾਲ ਜਾ ਰਹੇ ਹਾਂ। ਜਿਹੜੀ ਸਾਡੀ ਜ਼ਿਲ੍ਹੇ ਕਾਂਗਰਸ ਦੀ ਬੋਡੀ ਹੈ OBC ਦੀ ਉਹ ਅਸੀਂ ਬਹੁਤ ਜਲਦੀ ਔਰ ਬਹੁਤ ਥੋੜ੍ਹੇ ਦਿਨਾਂ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਬਣਾ ਕੇ ਜਿਹੜਾ ਆਪਣੇ ਕਾਂਗਰਸ ਪਾਰਟੀ ਲਈ ਦਿਨ ਰਾਤ ਕਰਕੇ ਕੰਮ ਕਰਾਂਗੇ। ਮਹਿੰਗਾਈ ਤੇ ਜਿਵੇਂ ਸਾਡੇ ਬੜੇ ਵਿਸਤਾਰ ਨਾਲ ਦੱਸਿਆ, ਮੈਂ ਵੀ ਇਹੀ ਕਹਾਂਗਾ ਕਿ ਜਿਵੇਂ ਮਹਿੰਗਾਈ ਦੇ ਉੱਤੇ ਮੋਦੀ ਸਾਹਿਬ ਨੇ ਜਿਵੇਂ ਆਮ ਗਰੀਬ ਵਰਗ ਦਾ ਤੁਸੀਂ ਦੇਖੋ ਪਰਿਵਾਰ ਨੇ ਜਿਹੜੇ ਅੱਜ ਰਾਸ਼ਨ ਮੁੱਲ ਲੈ ਕੇ ਖਾਂਦੇ ਨੇ, ਦਿਹਾੜੀ ਤੱਪਾ ਕਰਕੇ ਖਾਂਦੇ ਨੇ। ਅੱਜ ਤੁਸੀਂ ਦੇਖੋ ਸਰੋਂ ਦਾ ਤੇਲ ਲੈ ਲਓ, ਲੂਣ ਮਿਰਚ ਮਸਾਲੇ ਲੈ ਲਓ, ਕਿ ਇੱਕ ਆਮ ਗਰੀਬ ਜਿਹੜਾ ਵਰਗ ਦਾ ਬੰਦਾ ਹੈਗਾ ਉਹਨੂੰ ਇੱਕ ਲੈਣਾ ਬਹੁਤ ਔਖਾ ਹੋ ਗਿਆ ਰਾਸ਼ਨ ਪਾਣੀ। ਤੇ ਤੁਸੀਂ ਜ਼ਿਮੀਂਦਾਰਾਂ ਦਾ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਜ਼ਿਮੀਂਦਾਰਾਂ ਦੇਖੋ ਪਿਛਲੇ ਕਿੰਨੇ ਦਿਨਾਂ ਤੋਂ ਜ਼ਿਮੀਂਦਾਰ ਜਿਹੜੇ ਸਾਡੇ ਨੇ ਬਾਰਡਰਾਂ 'ਤੇ ਬੈਠੇ ਨੇ ਔਰ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਮੋਦੀ ਸਾਹਿਬ ਨੂੰ ਇਸ ਬਾਰੇ ਬਿਲਕੁਲ ਵੀ ਕਿਸੇ ਵੀ ਦਾ ਵੀ ਖਿਆਲ ਨਹੀਂ। ਸੋ ਅਸੀਂ ਤਾਂ ਵਿਰੋਧ ਕਰਦੇ ਹਾਂ ਇਹੋ ਜਿਹੀ ਸਰਕਾਰ ਦਾ ਤੇ ਜਿਹੜੇ ਜੁਮਲੇਬਾਜ਼ੀ ਦੀ ਸਰਕਾਰ ਹੈ ਮੋਦੀ ਸਾਹਿਬ ਦੀ ਸਰਕਾਰ ਹੈ ਕਿ ਜਿਨ੍ਹਾਂ ਨੇ ਸਿਰਫ ਜੁਮਲੇ ਦਿਖਾ ਕੇ ਕਦੇ ਨੌਜਵਾਨਾਂ ਨੂੰ ਪਕੌੜੇ ਬਣਾਉਣ ਲਈ ਕਹਿੰਦੇ ਨੇ ਤੇ ਕੋਈ ਨੌਕਰੀਆਂ ਨਹੀਂ। ਪਹਿਲਾਂ ਉਹਨਾਂ ਨੇ 2 ਕਰੋੜ ਨੌਕਰੀਆਂ ਦੀ ਗੱਲ ਕੀਤੀ ਸੀਗੀ ਕਿ 2 ਕਰੋੜ ਨੌਕਰੀਆਂ ਹਰ ਸਾਲ ਉਹ ਜਿਹੜੀਆਂ ਨੇ ਦਿਆ ਕਰਨਗੇ। ਤਾਂ ਹਰ ਤਰੀਕੇ ਦੇ ਨਾਲ ਜਿਹੜੀ ਇਹ ਫੇਲ ਸਰਕਾਰ ਹੈ ਜਿਹੜੀ ਮੋਦੀ ਸਾਹਿਬ ਨੇ ਜਿਹੜਾ ਪੂਰੇ ਫੇਲ ਨੇ। ਸੋ ਇਸ ਦਾ ਬੜੇ ਸਖਤ ਨਿੰਦਾ
ਅਦਾ ਕਰਦੇ ਹਾਂ ਇਹਦੀ ਸਰਕਾਰ ਦੀ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਬੜੀ ਜਲਦੀ ਜਿਹੜੀ ਸਰਕਾਰ ਆ ਜ਼ਿਮੀਂਦਾਰਾਂ ਨੂੰ ਸਾਡੇ ਨੂੰ ਮਾਨ ਸਨਮਾਨ ਬਖਸ਼ੇ ਔਰ ਇਹ ਸਰਕਾਰ ਜਿਹੜੀ ਬੜੀ ਜਲਦੀ ਜਿਹੜੀ ਹੁਣ ਤੁਹਾਨੂੰ ਦੇਖੇਗੀ ਕਿ ਇਹ ਸਰਕਾਰ ਖਤਮ ਹੋ ਜਾਣੀ ਹੈ ਔਰ ਕਾਂਗਰਸ ਦੀ ਸਰਕਾਰ ਜਿਹੜੀ ਹੈ ਬੜੀ ਜਲਦੀ ਸੈਂਟਰ ਦੇ ਅੰਦਰ ਬਣਨ ਜਾ ਰਹੀ ਹੈ। ਕਿਤੇ ਜਾਈ ਅਸੀਂ ਔਲਦਾਰ ਲਾਏ ਕੀ ਕਹਿੰਦੇ ਜਿਹੜਾ ਤੁਸੀਂ ਪੁਤਲਾ ਫੁੱਕਿਆ ਪੁਤਲੇ ਬਾਰੇ ਤਾਂ ਭਰਾ ਜੀ ਤੁਸੀਂ ਸਾਰੇ ਪ੍ਰੈਸ ਵਾਲੇ ਵੀ ਮੀਡੀਆ ਵਾਲੇ ਸਾਰੇ ਜਾਣਦੇ ਆ, ਸਾਰਾ ਦੇਸ਼ ਹੀ ਜਾਣਦਾ ਕਿ ਮੋਦੀ ਨੇ ਕਿਸ ਕਗਾਰ ਤੇ ਹਿੰਦੁਸਤਾਨ ਨੂੰ ਲਿਆ। ਜਦੋਂ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਕਾਂਗਰਸ ਦੀ ਕੈਪਟਨ ਸੈਂਟਰ ਦੇ ਵਿੱਚ ਤੇ ਇਦਾਂ ਦਾ ਕੋਈ ਨਹੀਂ ਸੀ ਕਿ ਦੁਨੀਆ ਦੁਖੀ ਹੁੰਦੀ ਸੀਗੀ। ਅੱਜ ਕੱਲਾ ਕੱਲਾ ਬੱਚਾ ਬੰਦਾ ਲੇਡੀਜ਼ ਬਜ਼ੁਰਗ ਹਰੇਕ ਵਰਗ ਨੂੰ ਉਹਨੇ ਔਖਾ ਕਰਤਾ ਔਰ ਪੈਟਰੋਲ ਡੀਜ਼ਲ ਦੇ ਰੇਟ ਦੇਖੋ ਜਿਹੜੇ ਘਰੇਲੂ ਯੂਜ਼ ਵਾਲੀ ਚੀਜ਼ਾਂ ਔਰ ਗੈਸ ਦੇ ਕਿੱਥੇ ਕਿੱਥੇ ਤੱਕ ਰੇਟ ਚਲੇ ਗਏ ਆ। ਕਿਸਾਨਾਂ ਨੂੰ 4 ਮਹੀਨੇ ਹੋ ਗਏ ਸੜਕਾਂ ਤੇ ਰੁਲਦੇ ਆ। ਉਸ ਕਰਕੇ ਅਸੀਂ ਕੋਸ਼ਿਸ਼ ਕਰਦੇ ਆ ਵੀ ਲੋਕਾਂ ਨੂੰ ਜਾਗਰੂਕ ਕਰੀਏ ਵੀ ਮੋਦੀ ਨੇ ਕੀ ਕੀਤਾ ਤੇ ਅੱਗੋਂ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਵੋਟਾਂ ਨਾ ਪਾ ਕੇ ਔਰ ਈਵੀਐਮ ਜੇ ਘਟਾ ਲਏ ਉਹਨਾਂ ਦੇ ਕੱਢ ਕੇ ਉਹਨਾਂ ਦਾ ਪਰਦਾ ਫਾਸ਼ ਕਰਨਾ ਤਾਂ ਕਿ ਅੱਗੇ ਤੋਂ ਇੱਦਾਂ ਦਾ ਪ੍ਰਧਾਨ ਮੰਤਰੀ ਨਾ ਆ ਸਕੇ ਔਰ ਆਪਣਾ ਪੰਜਾਬ और अपना देश है जो बच सके। पंजाब की बजट की बात करिए तो जो पंजाब ने बजट लागू किया है कि उससे कि 2022 की जो इलेक्शन में पंजाब सरकार द्वारा आ जाएगी कांग्रेस? पंजाब सरकार दोबारा आनी चाहिए। कैप्टन अमरिंदर सिंह जी के नेतृत्व में यहाँ पर वो मुख्यमंत्री यहाँ बहुत अच्छा काम हो रहा है। हालांकि केंद्र सरकार द्वारा जहाँ जहाँ कांग्रेस की सरकार है जिस राज्य में उनका गला दबाया जा रहा है। जैसे अभी जस्ट रिफंड जो तात्कालिक जो मैटर है वो है GST रिफंड किसी भी स्टेट को नहीं दिया गया जो कांग्रेस शासित स्टेट है। इस तरीके से मतलब सरकार जो केंद्र सरकार के द्वारा है देश की जनता का गला दबाने के अलावा किसानों को देख लो, बेरोजगारी देख लो, महंगाई देख लो, किसी भी मुद्दे पे देख लो, हर जगह यही हालात है कि जिसकी कोई हद नहीं है। देश अराजकता और देश तबाही के कगार पर है। देश धीरे धीरे गर्त में जाता चला रहा है। हम सबको मिलकर कांग्रेस का सहयोग करना चाहिए। कांग्रेस के साथ मिलकर ही हम देश को बचा सकते हैं, अन्यथा इस देश का बेड़ा गर्क निश्चित है यदि यही सरकार रही तो। अमरिंदर सिंह जी अपने स्टेट में बहुत शानदार काम कर रहे हैं। लोगों से आप पूछिए, सड़कें ये वो सारी व्यवस्था देख रहे हैं। इतने कठिन हालात में कोरोना जैसी वैश्विक महामारी के समय में भी कैप्टन अमरिंदर सिंह जी ने यहाँ के लोगों को बहुत ज़्यादा सहयोग दिया, किसी भी तरीके की कोई अव्यवस्था नहीं होने दी। जबकि केंद्र सरकार ने उस महामारी के समय भी मजदूरों को छोड़ दिया, किसी अपने हाल पर छोड़ दिया, कोई व्यवस्था नहीं थी और सडन लॉकडाउन किए गए तो लोग अपने व्यवस्थित तरीके से नहीं हो पाए। लेकिन जहाँ जहाँ जिन जिन स्टेटों में आपको पता है राजस्थान में अशोक गहलोत साहब की सरकार, अशोक गहलोत मॉडल पूरे हिंदुस्तान में लागू किया गया, जब जाकर कोरोना से देश को राहत मिली। अन्यथा इन लोगों के पास कोई प्लानिंग नहीं है, ज़बरदस्ती की बातें करते हैं और देश को बेचने में नरेंद्र मोदी देश का दलाल है।